ਹੈਲੋ ਸਟੂਡੈਂਟਸ, ਅੱਜ ਆਪਾਂ 9th ਕਲਾਸ ਦੇ ਵਿੱਚ ਵਿਆਕਰਨ ਵਿੱਚ ਪ੍ਰਭਾਵਸ਼ਾਲੀ ਲਿਖਣ ਕੌਸ਼ਲ ਪੱਤਰ ਵਿਹਾਰ ਰਚਨਾ ਬਾਰੇ ਜਾਣਕਾਰੀ ਹਾਸਲ ਕਰਾਂਗੇ। ਪੱਤਰ ਵਿਹਾਰ ਰਚਨਾ ਜਿਹੜੀ ਹੈ ਇਹ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਤਾਂ ਨਿੱਜੀ ਪੱਤਰ, ਇੱਕ ਦਫ਼ਤਰੀ ਪੱਤਰ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੱਤਰ ਵਿਹਾਰ ਬਾਰੇ ਦੱਸਦੀ ਹਾਂ ਵੀ ਪੱਤਰ ਵਿਹਾਰ ਕੀ ਚੀਜ਼ ਹੁੰਦਾ ਹੈ। ਪੱਤਰ ਵਿਹਾਰ ਇੱਕ ਚਿੱਠੀਆਂ ਹੁੰਦੀਆਂ ਹਨ ਜਿਨ੍ਹਾਂ ਰਾਹੀਂ ਅਸੀਂ ਆਪਣੀ ਗੱਲ ਦੂਸਰਿਆਂ ਦੇ ਤੱਕ ਆਰਾਮ ਦੇ ਨਾਲ ਪਹੁੰਚਾ ਦਿੰਦੇ ਹਾਂ। ਪੁਰਾਣੇ ਸਮੇਂ ਦੇ ਵਿੱਚ ਤਾਂ ਇਹ ਸਾਧਨ ਬਹੁਤ ਸਸਤਾ ਅਤੇ ਵਧੀਆ ਸਾਧਨ ਸੀ, ਕਿਉਂਕਿ ਉਦੋਂ ਸਾਇੰਸ ਦੀ ਇੰਨੀ ਤਰੱਕੀ ਨਹੀਂ ਸੀ ਹੋਈ। ਸਾਇੰਸ ਦੀ ਤਰੱਕੀ ਨਾ ਹੋਣ ਕਰਕੇ ਉਦੋਂ ਸੋਸ਼ਲ ਮੀਡੀਆ ਨਹੀਂ ਸੀ, ਜਿਸ ਤਰ੍ਹਾਂ ਇੰਟਰਨੈੱਟ, ਈਮੇਲ, ਟੈਲੀਫੋਨ, ਫੈਕਸ, ਮੋਬਾਈਲ। ਤਾਂ ਇਨਸਾਨ ਨੂੰ ਆਪਣੀ ਗੱਲਬਾਤ ਦੂਜਿਆਂ ਤਾਈਂ ਪਹੁੰਚਾਉਣ ਵਾਸਤੇ ਚਿੱਠੀ ਦਾ ਸਹਾਰਾ ਲੈਣਾ ਪੈਂਦਾ ਸੀ। ਪਰੰਤੂ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜਾ ਹੈ ਚਿੱਠੀਆਂ ਦਾ ਰਿਵਾਜ ਬਹੁਤ ਜ਼ਿਆਦਾ ਘੱਟ ਗਿਆ ਹੈ। ਦਫ਼ਤਰੀ ਪੱਤਰ ਤਾਂ ਹਾਲੇ ਵੀ ਚੱਲਦੇ ਹਨ, ਪਰੰਤੂ ਨਿੱਜੀ ਪੱਤਰ ਕਾਫੀ ਘੱਟ ਗਏ ਹਨ। ਪਰੰਤੂ ਸਾਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਨਿੱਜੀ ਪੱਤਰ ਅਤੇ ਦਫ਼ਤਰੀ ਪੱਤਰ ਕੀ ਹੁੰਦੇ ਹਨ। ਨਿੱਜੀ ਪੱਤਰਾਂ ਨੂੰ ਅਸੀਂ ਗੈਰ ਰਸਮੀ ਪੱਤਰ ਵੀ ਕਹਿ ਦਿੰਦੇ ਹਾਂ। ਨਿੱਜੀ ਪੱਤਰ ਕਿਹੜੇ ਹੁੰਦੇ ਹਨ? ਇਹਦੇ ਵਿੱਚ ਉਹ ਚਿੱਠੀਆਂ ਸ਼ਾਮਲ ਹੁੰਦੀਆਂ ਸੀਗੀਆਂ ਜਾਂ ਉਹ ਚਿੱਠੀਆਂ ਸ਼ਾਮਲ ਹੁੰਦੀਆਂ ਹਨ ਜੋ ਅਸੀਂ ਆਪਣੇ ਰਿਸ਼ਤੇਦਾਰਾਂ ਨਾਲ, ਆਪਣੇ ਦੋਸਤਾਂ ਮਿੱਤਰਾਂ ਨਾਲ ਜਾਂ ਅਸੀਂ ਆਪਣੇ ਜਾਣ ਪਛਾਣ ਵਾਲਿਆਂ ਨੂੰ ਲਿਖਦੇ ਹਾਂ। ਅਜਿਹੀਆਂ ਚਿੱਠੀਆਂ ਵਿੱਚ ਅਸੀਂ ਆਪਣੀ ਮਨ ਦੀ ਗੱਲ ਦੂਸਰਿਆਂ ਨਾਲ ਸਾਂਝੀ ਕਰ ਲੈਂਦੇ ਸੀਗੇ। ਇਸ ਕਰਕੇ ਇਹਨਾਂ ਚਿੱਠੀਆਂ ਵਿੱਚ ਪਿਆਰ, ਗਿਲਾ ਸ਼ਿਕਵਾ ਸਭ ਕੁਝ ਹੀ ਸ਼ਾਮਲ ਹੁੰਦਾ ਸੀ। ਚਿੱਠੀ ਲਿਖਣ ਵੇਲੇ ਸੋਚਿਆ ਨਹੀਂ ਸੀ ਜਾਂਦਾ ਕਿ ਕਿਸ ਵਿਸ਼ੇ ਦੇ, ਕਿਸ ਖਾਸ ਚੀਜ਼ 'ਤੇ ਲਿਖਣਾ ਹੈ ਜਾਂ ਇਹ ਗੱਲ ਲਿਖਣੀ ਹੈ ਜਾਂ ਨਹੀਂ ਲਿਖਣੀ ਹੈ। ਉਸ ਤੋਂ ਜਿਹੜੀ ਖਾਸ ਗੱਲ ਪੁੱਛ ਕੇ ਉਸ 'ਤੇ ਅਸੀਂ ਗੱਲਾਂ ਉਹਨਾਂ ਤੋਂ ਪੁੱਛ ਕਰ ਸਕਦੇ ਹਾਂ। ਤਾਂ ਸੰਬੰਧਾਂ ਦੇ ਆਧਾਰ 'ਤੇ ਇਸ ਨੂੰ ਹੇਠ ਲਿਖੇ ਭਾਗਾਂ ਵਿੱਚ ਵੰਡਿਆ ਜਾਂਦਾ ਸੀ। ਇੱਕ ਤਾਂ ਆਪਣੇ ਤੋਂ ਵੱਡਿਆਂ ਨੂੰ, ਜਿਸ ਤਰ੍ਹਾਂ ਆਪਣੇ ਪਿਤਾ ਨੂੰ, ਆਪਣੀ ਮਾਤਾ ਨੂੰ, ਆਪਣੇ ਵੱਡੇ ਭਰਾ ਨੂੰ, ਆਪਣੇ ਚਾਚਾ ਜੀ ਨੂੰ, ਆਪਣੇ ਮੰਮਾ ਜੀ ਨੂੰ, ਆਪਣੇ ਤੋਂ ਵੱਡੇ ਰਿਸ਼ਤਿਆਂ ਦੇ ਵਿੱਚ ਸੰਬੰਧ ਰੱਖਣ ਵਾਲਿਆਂ ਨੂੰ, ਉਹਨਾਂ ਨੂੰ ਚਿੱਠੀ ਲਿਖੀ ਜਾਂਦੀ ਸੀ। ਇਸ ਤੋਂ ਇਲਾਵਾ ਆਪਣੇ ਦੋਸਤਾਂ ਮਿੱਤਰਾਂ ਨੂੰ, ਇਸ ਤੋਂ ਇਲਾਵਾ ਆਪਣੇ ਤੋਂ ਛੋਟਿਆਂ ਨੂੰ, ਜਿਸ ਤਰ੍ਹਾਂ ਛੋਟੇ ਭਰਾ ਨੂੰ, ਛੋਟੀ ਭੈਣ ਨੂੰ ਜਾਂ ਕੋਈ ਹੋਰ ਜਾਣ ਪਛਾਣ ਦਾ ਛੋਟਾ ਰਿਸ਼ਤੇ ਵਿੱਚ ਹੋਵੇ, ਉਹਨਾਂ ਨੂੰ ਚਿੱਠੀਆਂ ਲਿਖੀਆਂ ਜਾਂਦੀਆਂ ਹਨ। ਇਹਦੇ ਵਿੱਚ ਚਿੱਠੀ ਲਿਖਣ ਵੇਲੇ ਜੇ ਤਾਂ ਅਸੀਂ ਕਿਸੇ ਵੱਡੇ ਪਰਸਨ ਨੂੰ ਚਿੱਠੀ ਲਿਖ ਰਹੇ ਹਾਂ, ਵੱਡੇ ਸੰਬੰਧੀ ਨੂੰ ਚਿੱਠੀ ਲਿਖ ਰਹੇ ਹਾਂ, ਤਾਂ ਉਹਦੇ ਵਿੱਚ ਅਸੀਂ ਸਤਿਕਾਰਯੋਗ ਜਾਂ ਮਾਣਯੋਗ, ਜਿਸ ਤਰ੍ਹਾਂ ਸਤਿਕਾਰਯੋਗ ਪਿਤਾ ਜੀ ਜਾਂ ਮਾਣਯੋਗ ਪਿਤਾ ਜੀ। ਅਤੇ ਜੇ ਛੋਟਾ ਹੈ, ਆਪਣੇ ਤੋਂ ਉਮਰ ਦੇ ਵਿੱਚ ਛੋਟਾ ਰਿਸ਼ਤਾ ਹੈ, ਤਾਂ ਉਸ ਦੇ ਲਈ ਅਸੀਂ ਪਿਆਰਾ ਜਾਂ ਪਿਆਰੀ ਦਾ ਵਰਤੋਂ ਕੀਤੀ ਜਾਂਦੀ ਹੈ। ਅਤੇ ਚਿੱਠੀ ਦੇ ਅਖੀਰ ਵਿੱਚ ਕੀ ਲਿਖਿਆ ਜਾਂਦਾ ਸੀ? ਤੁਹਾਡਾ ਆਪਣਾ, ਤੁਹਾਡਾ ਜੇ ਰਿਸ਼ਤਾ ਭਰਾ ਦਾ ਹੈ, ਤੁਹਾਡੀ ਭੈਣ, ਤੁਹਾਡਾ ਭਰਾ, ਤੁਹਾਡਾ ਪੁੱਤਰ, ਤੁਹਾਡਾ ਆਪਣਾ, ਇਹ ਕਹਿ ਕੇ ਨੀਚੇ ਆਪਣਾ ਨਾਮ ਲਿਖ ਕੇ ਚਿੱਠੀ ਨੂੰ ਬੰਦ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ ਹੁਣ ਆਪਾਂ ਗੱਲ ਕਰਾਂਗੇ ਦਫ਼ਤਰੀ ਚਿੱਠੀ, ਜਿਹੜੀ ਕਿ ਅੱਜ ਵੀ ਦਫ਼ਤਰੀ ਕੰਮਾਂ ਦੇ ਵਾਸਤੇ ਵਰਤੀ ਜਾਂਦੀ ਹੈ, ਬਹੁਤ ਜ਼ਿਆਦਾ ਵਰਤੋਂ ਦੇ ਵਿੱਚ ਆਉਂਦੀ ਹੈ। ਅਜਿਹੇ ਪੱਤਰ, ਦਫ਼ਤਰੀ ਪੱਤਰ ਨੂੰ ਅਸੀਂ ਰਸਮੀ ਪੱਤਰ ਵੀ ਕਹਿ ਦਿੰਦੇ ਹਾਂ। ਇਹ ਪੱਤਰ ਉਹ ਹੁੰਦੇ ਹਨ ਜਿਹੜੇ ਅਸੀਂ ਰਿਸ਼ਤੇਦਾਰ ਜਾਂ ਜਾਣ ਪਛਾਣ ਵਾਲਿਆਂ ਨੂੰ ਨਹੀਂ ਲਿਖਦੇ, ਬਲਕਿ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਦਫ਼ਤਰਾਂ ਨੂੰ ਜਾਂ ਕਿਸੇ ਬੈਂਕ ਮੈਨੇਜਰ ਨੂੰ ਜਾਂ ਪੁਲਿਸ ਕਮਿਸ਼ਨਰ ਨੂੰ, ਜਿਸ ਦੇ ਨਾਲ ਸਾਡਾ ਰਿਸ਼ਤੇਦਾਰੀ ਦਾ ਕੋਈ ਵੀ ਸੰਬੰਧ ਨਹੀਂ ਹੈ। ਜਿਹੜੇ ਦਫ਼ਤਰੀ ਪੱਤਰ ਉਹ ਹੁੰਦੇ ਹਨ ਜਿਹੜੇ ਉਹਨਾਂ ਪਰਸਨ ਨੂੰ ਲਿਖੇ ਜਾਂਦੇ ਹਨ ਜਿਨ੍ਹਾਂ ਦੇ ਨਾਲ ਸਾਡਾ ਰਿਸ਼ਤੇਦਾਰੀ ਦਾ ਜਾਂ ਸਾਡੀ ਜਾਣ ਪਛਾਣ ਦਾ ਕੋਈ ਸੰਬੰਧ ਨਹੀਂ ਹੈ। ਇਸ ਪੱਤਰ ਨੂੰ ਲਿਖਣ ਵਾਸਤੇ ਇੱਕ ਖਾਸ ਵਿਸ਼ਾ ਜਾਂ ਇੱਕ ਖਾਸ ਉਦੇਸ਼ ਲੈ ਕੇ ਉਹ ਚਿੱਠੀ ਪੱਤਰ ਲਿਖਿਆ ਜਾਂਦਾ ਹੈ। ਅਤੇ ਇਹ ਕਿਸੇ ਵੀ ਸਕੂਲ ਦੇ ਪ੍ਰਿੰਸੀਪਲ ਨੂੰ, ਸਕੂਲ ਅਧਿਕਾਰੀ ਨੂੰ, ਕਿਸੇ ਬੈਂਕ ਮੈਨੇਜਰ ਨੂੰ, ਸਰਕਾਰੀ ਦਫ਼ਤਰ ਵਾਲਿਆਂ ਨੂੰ, ਕਿਸੇ ਕੰਪਨੀ ਨੂੰ, ਇਹਦੇ ਵਿੱਚ ਇਹ ਸਾਰੇ ਪੱਤਰ ਇਸ ਵਿੱਚ ਸ਼ਾਮਲ ਹੁੰਦੇ ਹਨ। ਜਿਵੇਂ ਪ੍ਰਾਰਥਨਾ ਪੱਤਰ ਹੈ ਜਾਂ ਬਿਨੈ ਪੱਤਰ ਹੈ, ਇਹ ਕਿਹਨਾਂ ਨੂੰ ਲਿਖਿਆ ਜਾਂਦਾ ਹੈ? ਸਕੂਲ ਦੇ ਪ੍ਰਿੰਸੀਪਲ ਜਾਂ ਸਰਕਾਰੀ ਅਧਿਕਾਰੀ। ਇਸ ਤੋਂ ਬਾਅਦ ਦਫ਼ਤਰੀ ਪੱਤਰ ਹੋਰ ਕਿਹਨਾਂ ਨੂੰ ਲਿਖਿਆ ਜਾਂਦਾ ਹੈ? ਦਫ਼ਤਰ ਦੇ ਅਧਿਕਾਰੀ, ਬੈਂਕ ਮੈਨੇਜਰ, ਪੁਲਿਸ ਕਮਿਸ਼ਨਰ, ਸਰਕਾਰੀ ਵਿਭਾਗਾਂ ਦੇ ਮੁਖੀ, ਅਖਬਾਰਾਂ ਦੇ ਸੰਪਾਦਕ, ਜਾਂ ਕਿਸੇ ਕੰਪਨੀ ਦਾ ਇੱਕ ਕੰਪਨੀ ਦੂਜੀ ਕੰਪਨੀ ਨੂੰ ਲਿਖਦੀ ਹੈ। ਇੱਕ ਦੁਕਾਨਦਾਰ ਨੂੰ ਅਸੀਂ ਲੈਟਰ ਲਿਖਣੀ ਹੈ, ਕੁਛ ਮੰਗਵਾਉਣਾ ਹੈ, ਕੁਛ ਵਾਪਸ ਕਰਨਾ ਹੈ, ਇਹ ਸਾਰੀਆਂ ਲੈਟਰਸ ਕਿਹਦੇ ਵਿੱਚ ਆ ਜਾਂਦੀਆਂ ਹਨ? ਦਫ਼ਤਰੀ ਪੱਤਰ ਦੇ ਵਿੱਚ। ਹੁਣ ਦੇਖੋ, ਜਿਸ ਤਰ੍ਹਾਂ ਆਪਾਂ ਦਫ਼ਤਰੀ ਪੱਤਰ ਲਿਖਦੇ ਹਾਂ, ਜਿਸ ਤਰ੍ਹਾਂ ਹੁਣ ਇੱਕ ਦੁਕਾਨਦਾਰ ਨੂੰ ਲਿਖਣੀ ਹੈ, ਤਾਂ ਉਸ ਨਾਲ ਸਾਡਾ ਕੋਈ ਰਿਸ਼ਤੇਦਾਰੀ ਦਾ ਕੋਈ ਸੰਬੰਧ ਨਹੀਂ। ਅਸੀਂ ਉਹਨੂੰ ਕੋਈ ਖਾਸ ਉਦੇਸ਼ ਲੈ ਕੇ ਅਸੀਂ ਉਸ ਨੂੰ ਚਿੱਠੀ ਲਿਖਾਂਗੇ। ਸਕੂਲ ਦੇ ਮੁਖੀ ਨੂੰ ਲਿਖਣੀ ਹੈ ਤਾਂ ਉਸ ਦੇ ਲਈ ਵੀ ਅਸੀਂ ਇੱਕ ਖਾਸ ਉਦੇਸ਼ ਲੈ ਕੇ ਚੱਲਾਂਗੇ ਵੀ ਸਾਡਾ ਇਹ ਕੰਮ ਹੈ, ਅਸੀਂ ਇਸ ਕਰਕੇ ਸਕੂਲ ਦੇ ਮੁਖੀ ਨੂੰ ਚਿੱਠੀ ਲਿਖ ਰਹੇ ਹਾਂ। ਜੇ ਅਸੀਂ ਪੁਲਿਸ ਕਮਿਸ਼ਨਰ ਨੂੰ ਲਿਖ ਰਹੀ ਹੈ ਤਾਂ ਪੁਲਿਸ ਕਮਿਸ਼ਨਰ ਤੱਕ ਵੀ ਸਾਡਾ ਕੋਈ ਖਾਸ ਮਤਲਬ ਹੈ, ਉਸ ਕਰਕੇ ਅਸੀਂ ਉਸ ਨੂੰ ਲਿਖ ਰਹੇ ਹਾਂ। ਇਸ ਨੂੰ ਲਿਖਣ ਵੇਲੇ
ਕੀ ਚੀਜ਼ਾਂ ਨਿੱਜੀ ਪੱਤਰ ਜਿਹੜਾ ਹੈ, ਨਿੱਜੀ ਪੱਤਰ ਦੇ ਲਿਖਣ ਦਾ ਢੰਗ ਦਫ਼ਤਰੀ ਪੱਤਰ ਦੇ ਨਾਲੋਂ ਕਾਫੀ ਫਰਕ ਹੁੰਦਾ ਹੈ। ਦਫ਼ਤਰੀ ਪੱਤਰ ਦੇ ਵਿੱਚ ਕਿਹੜੀਆਂ ਚੀਜ਼ਾਂ ਲਿਖੀਆਂ ਜਾਂਦੀਆਂ ਹਨ? ਸਭ ਤੋਂ ਪਹਿਲਾਂ ਤਾਂ ਇਹ ਇਸ ਵਿੱਚ ਜਿਸ ਤਰ੍ਹਾਂ ਵਿਸ਼ਾ ਜ਼ਰੂਰੀ ਹੈ, ਵਿਸ਼ੇ ਨੂੰ ਅਸੀਂ ਖਾਸ ਧਿਆਨ ਦੇ ਕੇ ਲਿਖਾਂਗੇ ਵੀ ਕਿਸ ਵਿਸ਼ੇ 'ਤੇ, ਕਿਉਂਕਿ ਜਿਹੜਾ ਇਹ ਪਹਿਲਾਂ ਕਿਹਾ ਗਿਆ ਹੈ ਵੀ ਦਫ਼ਤਰੀ ਪੱਤਰ ਜਿਹੜਾ ਹੈ ਸਾਡੇ ਰਿਸ਼ਤੇਦਾਰੀ ਜਾਂ ਰਿਸ਼ਤੇ ਦੇ ਨਾਲ ਸੰਬੰਧ ਨਹੀਂ ਰੱਖਦਾ। ਇਸ ਕਰਕੇ ਜਦੋਂ ਵੀ ਉਹ ਪੱਤਰ ਲਿਖਿਆ ਜਾਂਦਾ ਹੈ ਤਾਂ ਇੱਕ ਖਾਸ ਟੌਪਿਕ ਦਿੱਤਾ ਜਾਂਦਾ ਹੈ, ਕਿਉਂਕਿ ਦਫ਼ਤਰਾਂ ਵਿੱਚ ਤਾਂ ਬਹੁਤ ਚਿੱਠੀਆਂ ਆਉਂਦੀਆਂ ਹਨ। ਅਧਿਕਾਰੀਆਂ ਦੇ ਮੁਖੀਆਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਵੀ ਉਹ ਤਾਂ ਆਪਣੀ ਸਾਰੀ ਚਿੱਠੀ ਨੂੰ ਧਿਆਨ ਨਾਲ ਪੜ੍ਹਨ, ਪਰੰਤੂ ਉਹਨਾਂ ਨੂੰ ਪੜ੍ਹਨ ਤੋਂ ਪਹਿਲਾਂ ਜਦੋਂ ਇਹ ਪਤਾ ਲੱਗ ਜਾਂਦਾ ਵੀ ਇਹਨਾਂ ਨੇ ਕਿਸ ਵਿਸ਼ੇ 'ਤੇ ਚਿੱਠੀ ਲਿਖੀ ਹੈ ਤਾਂ ਉਹਨਾਂ ਨੂੰ ਵਿਸ਼ੇ ਤੋਂ ਪਤਾ ਲੱਗ ਜਾਂਦਾ ਵੀ ਇਸ ਇਨਸਾਨ ਦੀ ਇਹ ਡਿਮਾਂਡ ਹੈ, ਤਾਂ ਇਸ ਤੋਂ ਬਾਅਦ ਉਹ ਚਿੱਠੀ ਤੁਹਾਡੀ ਸਾਰੀ ਪੜ੍ਹੀ ਜਾਂਦੀ। ਇਸ ਕਰਕੇ ਵਿਸ਼ਾ ਲਿਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਦਫ਼ਤਰੀ ਪੱਤਰ ਦੇ ਵਿੱਚ। ਇੱਕ ਤਾਂ ਵਿਸ਼ੇ ਤੋਂ ਬਾਅਦ ਜਦੋਂ ਵੀ ਕਿਸੇ ਵੱਡੇ ਨੂੰ ਆਪਾਂ ਲਿਖਣੀ ਹੈ ਤਾਂ ਉਸ ਨੂੰ ਮਾਣ ਜਾਂ ਸਤਿਕਾਰ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਤਿਕਾਰਯੋਗ ਜਾਂ ਸ਼੍ਰੀਮਾਨ ਲਗਾ ਕੇ ਅਸੀਂ ਉਸ ਨੂੰ ਸੰਬੋਧਨ ਕਰਾਂਗੇ। ਇਸ ਤੋਂ ਬਾਅਦ ਬੇਨਤੀ ਤੋਂ ਬਾਅਦ ਅਸੀਂ ਜਿਸ ਵਿਸ਼ੇ 'ਤੇ ਉਹ ਚਿੱਠੀ ਉਸ ਨੂੰ ਲਿਖਣਾ ਚਾਹੁੰਦੇ ਹਾਂ ਉਹ ਲਿਖ ਕੇ ਅਖੀਰ 'ਤੇ ਅਸੀਂ ਉਸ ਦਾ ਧੰਨਵਾਦ ਜ਼ਰੂਰ ਕਰਾਂਗੇ। ਧੰਨਵਾਦ ਸਾਹਿਤ ਤੋਂ ਬਾਅਦ ਇਸ ਤੋਂ ਬਾਅਦ ਅਖੀਰ 'ਤੇ ਖ਼ਤਮ ਕਰਾਂਗੇ ਤੁਹਾਡਾ, ਕਿਉਂਕਿ ਉਹਦੇ ਨਾਲ ਆਪਣਾ ਕੋਈ ਨਾ ਤਾਂ ਅਸੀਂ ਉਹਦੇ ਆਪਦੇ ਹਾਂ ਨਾ ਹੀ ਸਾਡਾ ਉਹਦੇ ਨਾਲ ਕੋਈ ਰਿਸ਼ਤਾ ਹੈ, ਤਾਂ ਅਖੀਰ 'ਤੇ ਅਸੀਂ ਇਸ ਨੂੰ ਕਿਵੇਂ ਖ਼ਤਮ ਕਰਾਂਗੇ? ਤੁਹਾਡਾ ਵਿਸ਼ਵਾਸ ਪੱਤਰ, ਜੇ ਸਕੂਲ ਮੁਖੀ ਨੂੰ ਲਿਖਿਆ ਹੈ ਤਾਂ ਉਸ ਨੂੰ ਅਸੀਂ ਆਗਿਆਕਾਰੀ ਵੀ ਲਿਖ ਸਕਦੇ ਹਾਂ, ਤੁਹਾਡਾ ਭਰੋਸੇਯੋਗ, ਤੁਹਾਡਾ ਵਿਸ਼ਵਾਸ ਪੱਤਰ। ਇਹਨਾਂ ਚੀਜ਼ਾਂ ਦੇ ਅਖੀਰ 'ਤੇ ਆਪਣਾ ਨਾਮ ਲਿਖ ਕੇ ਅਸੀਂ ਪੱਤਰ ਨੂੰ ਬੰਦ ਕਰ ਦੇਵਾਂਗੇ। ਹੁਣ ਜਿਸ ਤਰ੍ਹਾਂ ਮੈਂ ਜਦੋਂ ਕਿ ਜਿਹੜੇ ਨਿੱਜੀ ਪੱਤਰ ਹੈਗੇ, ਨਿੱਜੀ ਪੱਤਰਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਦਰਸਾਈਆਂ ਜਾਂਦੀਆਂ। ਨਿੱਜੀ ਪੱਤਰ ਦੇ ਵਿੱਚ ਕੀ ਫਰਕ ਹੁੰਦਾ ਹੈ? ਇੱਕ ਤਾਂ ਅਸੀਂ ਵਿਸ਼ਾ ਨਹੀਂ ਲਿਖਣਾ ਹੁੰਦਾ, ਚਾਹੇ ਅਸੀਂ ਇੱਕ ਖਾਸ ਟੌਪਿਕ 'ਤੇ ਹੀ ਗੱਲ ਕਰਨੀ ਹੈ, ਪਰੰਤੂ ਅਸੀਂ ਉਸ ਖਾਸ ਟੌਪਿਕ ਤੋਂ ਇਲਾਵਾ ਅਸੀਂ ਹੋਰ ਵੀ ਉਸ ਨਾਲ ਗੱਲਾਂ ਬਾਤਾਂ ਕਰ ਸਕਦੇ ਹਾਂ, ਇੱਧਰ ਲਿਆ ਉੱਧਰਲਾ ਦਾ ਹਾਲ ਚਾਲ ਪੁੱਛ ਸਕਦੇ ਹਾਂ, ਜਿਸ ਕਰਕੇ ਅਸੀਂ ਇਸ ਦਾ ਇੱਕ ਵਿਸ਼ਾ ਨਹੀਂ ਲਿਖਦੇ। ਲਾਸਟ 'ਤੇ ਇਹਦੇ ਵਿੱਚ ਨਿੱਜੀ ਪੱਤਰ ਦੇ ਵਿੱਚ ਇੱਕ ਧੰਨਵਾਦ ਸਾਹਿਤ ਨਹੀਂ ਲਿਖਿਆ ਜਾਂਦਾ, ਕਿਉਂਕਿ ਜਦੋਂ ਵੀ ਅਸੀਂ ਕਿਸੇ ਰਿਸ਼ਤੇਦਾਰੀ 'ਚ ਗੱਲ ਕਰਦੇ ਹਾਂ ਤਾਂ ਉਹਨੂੰ ਅਖੀਰ 'ਤੇ ਧੰਨਵਾਦ ਕਹਿ ਕੇ ਸੰਬੋਧਨ ਨਹੀਂ ਕੀਤਾ ਜਾਂਦਾ। ਅਤੇ ਇਸ ਤਰ੍ਹਾਂ ਇਹ ਥੋੜ੍ਹੇ ਫਰਕ ਹੈ ਜਿਹੜੇ ਕਿ ਅਸੀਂ ਨਿੱਜੀ ਪੱਤਰ ਅਤੇ ਦਫ਼ਤਰੀ ਪੱਤਰ ਦੇ ਵਿੱਚ ਦੇਖਣੇ ਹੈ। ਇਹ ਹੁਣ ਜੋ ਤੁਹਾਨੂੰ ਲੈਟਰ ਦਾ ਪੱਤਰ ਦਾ ਉੱਪਰ ਵਿਸ਼ਾ ਆ ਜਾਂਦਾ ਹੈ, ਇਹ ਪੱਤਰ ਦੇ ਵਿਸ਼ੇ ਤੋਂ ਹੀ ਤੁਸੀਂ ਸਮਝਣਾ ਹੈ ਵੀ ਇਹ ਪੱਤਰ ਕਿਹਦਾ ਲਿਖਿਆ ਹੋਇਆ ਹੈ, ਨਿੱਜੀ ਪੱਤਰ ਲਿਖਣਾ ਹੈ ਜਾਂ ਦਫ਼ਤਰੀ ਪੱਤਰ। ਜਦੋਂ ਤੁਹਾਨੂੰ ਪੱਤਰ ਦਾ ਵਿਸ਼ਾ ਦੇਖ ਕੇ ਪਤਾ ਲੱਗ ਜਾਏਗਾ ਵੀ ਇਹ ਪੱਤਰ ਨਿੱਜੀ ਪੱਤਰ ਹੈ ਜਾਂ ਦਫ਼ਤਰੀ ਪੱਤਰ ਹੈ, ਫਿਰ ਤੁਸੀਂ ਇਸ ਨੂੰ ਲਿਖਣ ਦੇ ਢੰਗ ਬਾਰੇ ਆਪਣੇ ਆਪ ਹੀ ਜਾਣ ਜਾਓਗੇ ਵੀ ਇਹ ਦਫ਼ਤਰੀ ਪੱਤਰ ਹੈ, ਮੈਂ ਇਸ ਨੂੰ ਇਸ ਢੰਗ ਦੇ ਨਾਲ ਲਿਖਣਾ ਹੈ। ਜਿਵੇਂ ਲਿਖਿਆ ਹੈ, ਹੁਣ ਆਪਣੇ ਛੋਟੇ ਭਰਾ ਨੂੰ ਪੜ੍ਹਾਈ ਦੇ ਨਾਲ ਖੇਡਾਂ ਦੀ ਮਹਾਨਤਾ ਦੱਸਦੇ ਹੋਏ ਪ੍ਰੇਰਨਾ ਪੱਤਰ ਲਿਖੋ। ਹੁਣ ਦੇਖੋ ਵਿਸ਼ੇ ਤੋਂ ਹੀ ਪਤਾ ਲੱਗਦਾ ਹੈ ਵੀ ਇਹ ਆਪਣੇ ਛੋਟੇ ਭਰਾ ਨੂੰ ਉਹਨਾਂ ਨੇ ਗੱਲ ਕਹੀ ਹੈ, ਤਾਂ ਛੋਟਾ ਭਰਾ ਆਪਣੇ ਕਿਸ ਚੀਜ਼ ਨਾਲ ਸੰਬੰਧਿਤ ਹੈ? ਆਪਣੇ ਸਕੂਲ ਮੁਖੀ ਨਾਲ ਸੰਬੰਧਿਤ ਹੈ ਜਾਂ ਆਪਣੀ ਰਿਸ਼ਤੇਦਾਰੀ ਨਾਲ ਸੰਬੰਧਿਤ ਹੈ, ਆਪਣੇ ਸਾਕ ਸੰਬੰਧੀਆਂ ਵਿੱਚ ਆਉਂਦਾ ਹੈ, ਤਾਂ ਉਹ ਆਪਣੇ ਸਾਕ ਸੰਬੰਧੀਆਂ ਦੇ ਵਿੱਚ ਆਉਂਦਾ ਹੈ। ਤਾਂ ਇਸ ਤੋਂ ਇਹ ਪਤਾ ਲੱਗਦਾ ਵੀ ਛੋਟੇ ਭਰਾ ਨੂੰ ਲਿਖਣਾ ਹੈ, ਤਾਂ ਇਹ ਕਿਹੜਾ ਪੱਤਰ ਹੋ ਗਿਆ? ਨਿੱਜੀ ਪੱਤਰ ਹੋ ਗਿਆ। ਨਿੱਜੀ ਪੱਤਰ ਦੇ ਵਿੱਚ ਅਸੀਂ ਉਸ ਨੂੰ ਪ੍ਰੀਖਿਆ ਭਵਨ ਤੋਂ ਬਾਅਦ ਅਸੀਂ ਕਿਸ ਚੀਜ਼ ਨਾਲ ਸੰਬੋਧਿਤ ਕਰਾਂਗੇ? ਪਿਆਰੇ, ਕਿਉਂਕਿ ਛੋਟਾ ਭਰਾ ਹੈ, ਛੋਟੇ ਭਰਾ ਨੂੰ ਅਸੀਂ ਕੀ ਕਹਿ ਕੇ ਸੰਬੋਧਨ ਕਰਾਂਗੇ? ਪਿਆਰੇ। ਨੈਕਸਟ, ਇਸ ਤੋਂ ਬਾਅਦ ਅਖੀਰ 'ਤੇ ਕਿੱਥੇ ਖ਼ਤਮ ਕਰਾਂਗੇ? ਤੇਰਾ ਵੱਡਾ ਭਰਾ। ਹੁਣ ਜਿਸ ਤਰ੍ਹਾਂ ਹੈ, ਤੁਹਾਡੇ ਪਿਤਾ ਜੀ ਘਰੋਂ ਬਾਹਰ ਦੂਸਰੇ ਸ਼ਹਿਰ ਵਿੱਚ ਨੌਕਰੀ ਕਰਦੇ ਹਨ, ਉਹਨਾਂ ਨੂੰ ਚਿੱਠੀ ਲਿਖਦਿਆਂ ਦਾਦਾ ਜੀ ਦੀ ਵਿਗੜਦੀ ਸਿਹਤ ਬਾਰੇ ਦੱਸੋ। ਦਾਦਾ ਜੀ ਵੀ ਤੁਹਾਡੇ ਆਪਣੇ ਹਨ, ਪਿਤਾ ਜੀ ਵੀ ਤੁਹਾਡੇ ਆਪਣੇ ਹਨ। ਇਸ ਤਰ੍ਹਾਂ ਇਹ ਜਿਹੜੀ ਪੱਤਰ ਹੈ, ਇਹ ਕਿਹੜਾ ਪੱਤਰ ਹੋ ਗਿਆ? ਨਿੱਜੀ ਪੱਤਰ ਹੋ ਗਿਆ। ਨਿੱਜੀ ਪੱਤਰ, ਹੁਣ ਤੁਸੀਂ ਪੱਤਰ ਲਿਖਣਾ ਕਿਹਨਾਂ ਨੂੰ ਹੈ? ਪੱਤਰ ਆਪਾਂ ਲਿਖਣਾ ਹੈ ਪਿਤਾ ਜੀ ਨੂੰ। ਪਿਤਾ ਜੀ ਜਿਹੜੇ ਹੈਗੇ ਆ ਉਹ ਵੱਡੇ ਆ, ਜਿਸ ਕਰਕੇ ਅਸੀਂ ਕੀ ਲਿਖਾਂਗੇ? ਸਤਿਕਾਰਯੋਗ ਪਿਤਾ ਜੀ। ਚਰਨ ਪ੍ਰਣਾਮ ਜਾਂ ਪਿਆਰ ਭਰੀ ਨਮਸਤੇ ਜਾਂ ਨਮਸਤੇ, ਸਤਿ ਸ਼੍ਰੀ ਅਕਾਲ ਜਾਂ ਕੁਛ ਵੀ ਕਹਿ ਕੇ ਅਸੀਂ ਉਹਨਾਂ ਨੂੰ ਸਤਿਕਾਰ ਦੇਵਾਂਗੇ। ਅਤੇ ਅਖੀਰ 'ਤੇ ਆਪਾਂ ਕੀ ਲਿਖਾਂਗੇ? ਤੁਹਾਡਾ ਪਿਆਰਾ ਪੁੱਤਰ। ਆਪਾਂ ਇਸ ਤੋਂ ਬਾਅਦ ਚਿੱਠੀ ਦੇ ਵਿੱਚ ਸਾਰਾ ਹਾਲ ਚਾਲ ਦੱਸ ਕੇ ਵੀ ਇਸ ਤਰ੍ਹਾਂ ਦਾਦਾ ਜੀ ਦੀ ਸਿਹਤ ਖਰਾਬ ਹੈ, ਤੁਸੀਂ ਜਲਦੀ ਆ ਜਾਓ। ਇਸ ਤੋਂ ਬਾਅਦ ਐਂਡ 'ਤੇ ਆਪਣਾ ਰਿਸ਼ਤਾ ਸੰਬੰਧ ਕਰਦੇ ਹੋਏ ਆਪਾਂ ਚਿੱਠੀ ਨੂੰ ਖਤਮ ਕਰਾਂਗੇ। ਤਾਂ ਫਿਰ ਇੱਕ ਹੈ, ਤੁਸੀਂ ਹੋਸਟਲ ਵਿੱਚ ਰਹਿੰਦੇ ਹੋ, ਆਪਣੇ ਪਿਤਾ ਜੀ ਨੂੰ ਚਿੱਠੀ ਲਿਖ ਕੇ ਸਕੂਲ ਵਿੱਚ ਜਾ ਰਹੇ ਵਿਦਿਅਕ ਟੂਰ 'ਤੇ ਜਾਣ ਦੀ ਪ੍ਰਵਾਨਗੀ ਲਓ। ਤੁਸੀਂ ਹੋਸਟਲ ਵਿੱਚ ਕਾਲਜ ਵਿੱਚ ਪੜ੍ਹਦੇ ਹੋ, ਕਾਲਜ ਦੇ ਵਿੱਚ ਹੋਸਟਲ ਸ਼ਹਿਰ ਤੋਂ ਬਾਹਰ ਪੜ੍ਹਦੇ ਹੋ, ਅਤੇ ਤੁਹਾਡੇ ਕਾਲਜ ਦਾ ਜਾਂ ਸਕੂਲ ਦਾ ਟੂਰ ਜਾ ਰਿਹਾ ਹੈ, ਅਤੇ ਤੁਸੀਂ ਉਸ ਦੇ ਲਈ ਤੁਹਾਨੂੰ ਪੈਸਿਆਂ ਦੀ ਵੀ ਜ਼ਰੂਰਤ ਹੈ ਅਤੇ ਆਪਣੇ ਪੇਰੈਂਟਸ ਨੂੰ ਦੱਸਣਾ ਵੀ ਜ਼ਰੂਰੀ ਹੈ। ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਪੇਰੈਂਟਸ ਤੋਂ ਪਰਮਿਸ਼ਨ ਲੈਣੀ ਹੈ। ਤਾਂ ਪਰਮਿਸ਼ਨ ਲੈਣ ਵਾਸਤੇ ਤੁਸੀਂ ਉਹਨਾਂ ਦੀ ਪ੍ਰਵਾਨਗੀ ਲੈਣੀ ਹੈ।
ਪ੍ਰਵਾਨਗੀ ਤਾਂ ਫਿਰ ਇਹ ਲੈਟਰ ਵੀ ਕਿਹੜਾ ਹੋ ਗਿਆ, ਨਿੱਜੀ ਲੈਟਰ। ਅਸੀਂ ਲੈਟਰ ਕਿਹਨਾਂ ਨੂੰ ਲਿਖਣੀ, ਆਪਣੇ ਪਿਤਾ ਜੀ ਨੂੰ। ਉਹੀ ਸਤਿਕਾਰਯੋਗ ਪਿਤਾ ਜੀ, ਸਤਿ ਸ਼੍ਰੀ ਅਕਾਲ ਜਾਂ ਨਮਸਤੇ ਜਾਂ ਪਿਆਰ ਭਰੀ ਨਮਸਤੇ, ਚਰਨ ਪ੍ਰਣਾਮ। ਇਸ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਸਰਕਾਰੀ ਜਾਂ ਦਫ਼ਤਰੀ ਲੈਟਰ। ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਜੁਰਮਾਨਾ ਮਾਫੀ ਲਈ ਬਿਨੈ ਪੱਤਰ ਲਿਖੋ। ਤਾਂ ਇਹਦੇ ਵਿੱਚ ਸ਼ੁਰੂਆਤ ਸੇਵਾ ਵਿਖੇ ਤੋਂ ਕਰਕੇ ਇਸ ਤੋਂ ਬਾਅਦ ਸੇਵਾ ਵਿਖੇ, ਪ੍ਰਿੰਸੀਪਲ ਸਾਹਿਬ, ਸਕੂਲ, ਸ਼ਹਿਰ। ਇਸ ਤੋਂ ਬਾਅਦ ਅਸੀਂ ਕੀ ਲਿਖਾਂਗੇ, ਵਿਸ਼ਾ। ਵਿਸ਼ਾ ਲਿਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਹੁਣ ਦੇਖੋ ਤੁਹਾਡਾ ਸਕੂਲ ਦਾ ਪ੍ਰਿੰਸੀਪਲ ਹੈ, ਉਹਨਾਂ ਨੇ ਹੁਣ ਲੈਟਰਸ ਦੇ ਵਿੱਚ ਉਹ ਤੁਹਾਡੀ ਲੈਟਰ ਨੂੰ ਫੇਰ ਹੀ ਪੜ੍ਹਨਗੇ ਜੇ ਉਹਨਾਂ ਨੂੰ ਉੱਪਰ ਟੌਪਿਕ 'ਤੇ ਪਤਾ ਲੱਗ ਜਾਊਗਾ ਵੀ ਇਹ ਬੱਚੇ ਨੇ ਆਪਣੇ ਕਿਸ ਕੰਮ ਵਾਸਤੇ ਮੈਨੂੰ ਚਿੱਠੀ ਲਿਖੀ ਹੈ। ਕਿਉਂਕਿ ਆਪਾਂ ਉਹਨਾਂ ਦੇ ਵਿੱਚ ਉਹਨਾਂ ਦੇ ਪਰਿਵਾਰ ਦਾ ਹਾਲ ਚਾਲ ਤਾਂ ਪੁੱਛਣਾ ਨਹੀਂ ਗਾ, ਆਪਾਂ ਨੂੰ ਸਿਰਫ ਆਪਣੇ ਕੰਮ ਨਾਲ ਮਤਲਬ ਹੈ। ਤਾਂ ਅਸੀਂ ਉਸ ਦਾ ਵਿਸ਼ਾ ਮੈਂਸ਼ਨ ਕਰਾਂਗੇ ਵੀ ਇਸ ਵਿਸ਼ੇ 'ਤੇ ਲੈਟਰ ਲਿਖੀ ਹੈ। ਇਸ ਤੋਂ ਬਾਅਦ ਸ਼੍ਰੀਮਾਨ ਜੀ। ਤਾਂ ਅਖੀਰ 'ਤੇ ਲਾਸਟ 'ਤੇ ਧੰਨਵਾਦ ਸਾਹਿਤ ਕਹਿਣਾ ਬਹੁਤ ਜ਼ਰੂਰੀ ਹੈ। ਧੰਨਵਾਦ ਸਾਹਿਤ ਤੋਂ ਬਾਅਦ ਤੁਹਾਡਾ ਆਗਿਆਕਾਰੀ ਜਾਂ ਤੁਹਾਡਾ ਭਰੋਸੇਯੋਗ ਜਾਂ ਤੁਹਾਡਾ ਵਿਸ਼ਵਾਸ ਪਾਤਰ। ਇਹ ਤਾਂ ਪ੍ਰਿੰਸੀਪਲ ਨਾਲ ਸੰਬੰਧਿਤ ਹੋ ਗਿਆ। ਆਪਣੀ ਭੈਣ ਦੇ ਵਿਆਹ 'ਤੇ ਛੁੱਟੀ ਲੈਣ ਲਈ ਪ੍ਰਿੰਸੀਪਲ ਨੂੰ ਬਿਨੈ ਪੱਤਰ, ਉਹੀ ਸੇਮ ਲੈਟਰ। ਹੁਣ ਤੁਸੀਂ ਇਹਦੇ 'ਚ ਇਹ ਨਾ ਦੇਖਿਓ ਵੀ ਭੈਣ ਦੇ ਵਿਆਹ, ਵੀ ਭੈਣ ਤਾਂ ਸਾਡਾ ਨਿੱਜੀ ਰਿਸ਼ਤਾ ਹੈ, ਪਰੰਤੂ ਲੈਟਰ ਲਿਖਣੀ ਕਿਹਨੂੰ ਹੈ, ਲੈਟਰ ਕਿਹਨੂੰ ਲਿਖਣੀ ਹੈ, ਅਸੀਂ ਸਕੂਲ ਦੇ ਪ੍ਰਿੰਸੀਪਲ ਨੂੰ ਲਿਖਣੀ ਹੈ। ਤਾਂ ਪ੍ਰਿੰਸੀਪਲ ਦੇ ਨਾਲ ਸਾਡਾ ਰਿਸ਼ਤੇ ਜਾਂ ਸੰਬੰਧਾਂ ਵਾਲਾ ਕੋਈ ਆਧਾਰ ਨਹੀਂ ਬਣਦਾ। ਅਤੇ ਜੇ ਚਾਹੇ ਭੈਣ ਦੇ ਵਿਆਹ ਵਾਸਤੇ ਹੈ, ਚਾਹੇ ਭਰਾ ਦੇ ਵਿਆਹ ਵਾਸਤੇ, ਪਰੰਤੂ ਇਹ ਦੇਖਣਾ ਹੈ ਵੀ ਆਪਾਂ ਲੈਟਰ ਜਾਂ ਪੱਤਰ ਲਿਖ ਕਿਹਨੂੰ ਰਹੇ ਹਾਂ, ਉਸ ਦੇ ਆਧਾਰ 'ਤੇ ਅਸੀਂ ਇਹ ਸਾਬਿਤ ਕਰਨਾ ਹੈ ਵੀ ਇਹ ਲੈਟਰ ਨਿੱਜੀ ਹੈ ਜਾਂ ਦਫ਼ਤਰੀ ਹੈ। ਇਸ ਤੋਂ ਬਾਅਦ ਆਪਣਾ ਸਕੂਟਰ ਚੋਰੀ ਹੋਣ ਲਈ ਥਾਣਾ ਮੁਖੀ ਨੂੰ ਬਿਨੈ ਪੱਤਰ ਲਿਖੋ। ਦੇਖੋ ਥਾਣਾ ਮੁਖੀ ਹੈ, ਥਾਣਾ ਮੁਖੀ ਕੀ ਹੁੰਦੇ ਆ, ਤਾਂ ਉਹਦੇ ਵਾਸਤੇ ਆਪਾਂ ਕਿਹਨੂੰ ਲਿਖਾਂਗੇ, SHO ਸਾਹਿਬ, SHO ਸਾਹਿਬ ਨੂੰ ਲਿਖਾਂਗੇ। SHO ਸਾਹਿਬ ਤੋਂ ਬਾਅਦ ਇਸ ਤੋਂ ਬਾਅਦ ਉਹ ਚੌਂਕੀ ਨੰਬਰ, ਸ਼ਹਿਰ। ਤਾਂ ਵਿਸ਼ਾ ਲਿਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਵਿਸ਼ਾ, ਫਿਰ ਅਖੀਰ 'ਤੇ ਧੰਨਵਾਦ ਕਰਨਾ ਬਹੁਤ ਜ਼ਰੂਰੀ ਹੈ। ਇਹ ਸਾਰੀਆਂ ਜਿਹੜੀਆਂ ਸੀਗੀਆਂ ਲੈਟਰਸ ਹੈਗੀਆਂ। ਮੁਹੱਲੇ ਦਾ ਡਾਕੀਆ ਚਿੱਠੀ ਜਿਹੜੀ ਹੈਗੇ ਲਾਪਰਵਾਹੀ ਨਾਲ ਵੰਡਦਾ ਹੈ, ਤਾਂ ਇਸ ਸੰਬੰਧੀ ਤੁਸੀਂ ਕਿਹਨੂੰ ਸ਼ਿਕਾਇਤ ਕਰਨੀ ਹੈ, ਪੋਸਟ ਮਾਸਟਰ ਨੂੰ। ਪੋਸਟ ਮਾਸਟਰ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ, ਅਸੀਂ ਇੱਕ ਦਫ਼ਤਰੀ ਰਸਮੀ ਲੈਟਰ ਹੀ ਲਿਖਣੀ ਹੈ। ਰਸਮੀ ਦਾ ਮਤਲਬ ਜਿਹੜਾ ਸਾਡਾ ਵਿਸ਼ਾ ਹੈ, ਜਿਹਦੀ ਸਾਨੂੰ ਪ੍ਰੋਬਲਮ ਹੈ, ਅਸੀਂ ਉਸ ਨਾਲ ਸੰਬੰਧਿਤ ਹੀ ਸਿਰਫ ਗੱਲ ਕਰਾਂਗੇ। ਇਹ ਲੈਟਰ ਕਿਹੜੀ ਹੋ ਜੂਗੀ, ਦਫ਼ਤਰੀ ਲੈਟਰ। ਉਹਦੇ ਵਿੱਚ ਵੀ ਪੋਸਟ ਮਾਸਟਰ ਸਾਹਿਬ, ਜਨਰਲ ਪੋਸਟ ਆਫਿਸ, ਸ਼ਹਿਰ। ਇਸ ਤੋਂ ਬਾਅਦ ਅਸੀਂ ਵਿਸ਼ਾ ਲਿਖ ਕੇ ਉਸ ਨੂੰ ਦੱਸਾਂਗੇ ਵੀ ਸਾਨੂੰ ਪ੍ਰੋਬਲਮ ਕੀ ਹੈ, ਜਿਵੇਂ ਡਾਕ ਵੰਡਣ ਦੇ ਮਾੜੇ ਪ੍ਰਬੰਧ ਸੰਬੰਧੀ। ਲਾਸਟ ਦੇ ਅਖੀਰ 'ਤੇ ਆਪਣਾ ਵਿਸ਼ਾ ਲਿਖ ਕੇ, ਆਪਣੀ ਵਿਸ਼ੇ ਦੀ ਪ੍ਰੋਬਲਮ ਲਿਖ ਕੇ, ਇਸ ਤੋਂ ਬਾਅਦ ਤੁਸੀਂ ਅਖੀਰ 'ਤੇ ਧੰਨਵਾਦ ਸਾਹਿਤ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬੇਟੇ ਇਹ ਤਾਂ ਆਪਣੀਆਂ ਸੀ ਕੁਝ ਕੁ ਲੈਟਰਸ ਜਿਹੜੀਆਂ ਸੀਗੀਆਂ ਦਫ਼ਤਰੀ ਲੈਟਰਸ। ਅਤੇ ਤੁਹਾਨੂੰ ਨਿੱਜੀ ਪੱਤਰ ਅਤੇ ਦਫ਼ਤਰੀ ਪੱਤਰ ਬਾਰੇ ਜਿਹੜਾ ਜਾਣੂ ਕਰਵਾਇਆ ਗਿਆ ਵੀ ਨਿੱਜੀ ਪੱਤਰ ਕਿਹੜੇ ਹੁੰਦੇ ਹਨ ਅਤੇ ਦਫ਼ਤਰੀ ਪੱਤਰ ਕੀ ਹੁੰਦੇ ਹਨ। ਇਹਨਾਂ ਦੇ ਵਿੱਚ ਇਹਨਾਂ ਨੂੰ ਅਸੀਂ ਵਿਸ਼ੇ ਨੂੰ ਪੜ੍ਹ ਕੇ ਸਾਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਵੀ ਇਹ ਨਿੱਜੀ ਪੱਤਰ ਹੈ ਜਾਂ ਦਫ਼ਤਰੀ ਪੱਤਰ ਹੈ। ਅਤੇ ਬਾਕੀ ਜੋ ਵੀ ਤੁਹਾਨੂੰ ਕੋਈ ਪ੍ਰੋਬਲਮ ਹੋਏਗੀ, ਇਹਦਾ ਮੈਂ ਸਕਰੀਨਸ਼ੋਟ ਤੁਹਾਨੂੰ ਅਗਲੀ ਕਲਾਸ ਦੇ ਵਿੱਚ ਭੇਜਿਆ ਜਾਊਗਾ। ਅਤੇ ਬਾਕੀ ਜਿਹੜੀ ਪ੍ਰੋਬਲਮ ਹੋਊਗੀ ਉਹ ਆਪਾਂ ਆਉਂਦੀ ਕਲਾਸ ਦੇ ਵਿੱਚ ਇਸ ਨੂੰ ਰਿਵਾਈਜ਼ ਕਰਾਂਗੇ। ਤੁਸੀਂ ਇਸ ਨੂੰ ਪੜ੍ਹਨ ਦੀ ਕੋਸ਼ਿਸ਼ ਕਰਿਓ ਵੀ ਨਿੱਜੀ ਪੱਤਰ ਕਿਹੜੇ ਹੁੰਦੇ ਆ ਅਤੇ ਦਫ਼ਤਰੀ ਪੱਤਰ। ਜਦੋਂ ਤੁਹਾਨੂੰ ਇਹਨਾਂ ਦੀ ਵੰਡ ਬਾਰੇ ਪਤਾ ਲੱਗ ਗਿਆ, ਜਦੋਂ ਤੁਹਾਨੂੰ ਇਹਨਾਂ ਦੇ ਫ਼ਰਕ ਬਾਰੇ ਪਤਾ ਲੱਗ ਗਿਆ ਵੀ ਇਹਨਾਂ ਨੂੰ ਨਿੱਜੀ ਪੱਤਰ ਕਹਿੰਦੇ, ਇਹਨਾਂ ਨੂੰ ਦਫ਼ਤਰੀ ਪੱਤਰ ਕਹਿੰਦੇ ਹੈ, ਤਾਂ ਤੁਸੀਂ ਉਸ ਨੂੰ ਸਹੀ ਢੰਗ ਦੇ ਨਾਲ ਵੀ ਲਿਖਣਾ ਜਾਣ ਜਾਓ। ਧੰਨਵਾਦ ਬੇਟੇ।